ਦੁਨੀਆ ਘਰ ਆਏ ਮਹਿਮਾਨ ਸੈਗਮੈਂਟ ਦੇ ਵਿੱਚ ਸਾਡੇ ਮਹਿਮਾਨ ਨੇ ਅੱਜ ਪੋਇਟ ਦੇਵਦਰਦ ਰੀ ਕਵੀ ਜਿਨੇ ਲੋਕ ਦਰਦ ਦੀ ਗੱਲ ਕਰਦੇ ਨੇ ਉਹ ਕਵੀ ਜਿਹੜੇ ਲੋਕਾਂ ਦੇ ਦਰਦ ਨੂੰ ਆਪਣੀਆਂ ਰਚਨਾਵਾਂ ਦੇ ਵਿੱਚ ਆਪਣੇ ਸ਼ਬਦਾਂ 'ਚ ਪਰੋ ਕੇ ਸਾਡੇ ਸਾਹਮਣੇ ਰੱਖਦੇ ਨੇ। ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਦੇਵ ਜੀ ਆਪਾਂ ਕਾਫੀ ਗੱਲਾਂ ਕੀਤੀਆਂ ਪਹਿਲੇ ਭਾਗ ਦੇ ਵਿੱਚ ਤੇ ਸ਼ੁਰੂਆਤ ਆਪਾਂ ਕੀਤੀ ਸੀਗੀ ਸਟੇਜੀ ਕਵੀ ਵਰਸਸ ਕਿਤਾਬੀ ਕਵੀ ਤੇ ਜਿਹੜਾ ਮੈਸੇਜ ਜਿਹੜਾ ਜਾਂਦਾ ਆ ਸਟੇਜੀ ਕਵੀ ਨੂੰ ਵੈਸੇ ਹਲਕੇ ਤੌਰ ਤੇ ਲਿਆ ਜਾਂਦਾ ਬਹੁਤੀ ਵਾਰ। ਮੈਂ ਸੋਚਦਾ ਦੇਖਦਾ ਕਿ ਅੱਜ ਕੱਲ ਜਿਸ ਤਰ੍ਹਾਂ ਦਾ ਯੁੱਗ ਆ ਗਿਆ, ਜਿਸ ਤਰ੍ਹਾਂ ਦੀ ਯੂਨੀਵਰਸਿਟੀਆਂ ਦੇ ਡਾਕਟਰੇਟ ਕਰੇ ਬਣ ਗਏ ਨੇ ਸਾਡੇ ਕਵੀ ਜਿਹੜੇ ਤਜਰਬੇ ਕਰਦੇ ਨੇ ਰਹੱਸਵਾਦ, ਕਦੀ ਯਥਾਰਥਵਾਦ ਤੇ ਕਦੀ ਰੋਮਾਂਸਵਾਦ ਦੇ ਉੱਤੇ ਬੜੇ ਬੜੇ ਖੋਜ ਪੱਤਰ ਲਿਖਦੇ ਨੇ, ਪਰ ਉਹਨਾਂ ਦੀ ਕਵਿਤਾ ਸਾਡੀ ਸਮਝ ਨਹੀਂ ਪੈਂਦੀ। ਬਹੁਤ ਯਾਰ ਸਾਡੇ ਸਿਰ ਤੋਂ ਲੰਘ ਜਾਂਦੀ ਆ, ਪਤਾ ਨਹੀਂ ਲੱਗਦਾ ਉਹ ਕਹਿਣਾ ਕੀ ਚਾਹੁੰਦੇ ਆ। ਤੇ ਜਿਹੜੇ ਸਟੇਜੀ ਕਵੀ ਹੁੰਦੇ ਸੀ ਜਿਹੜੇ ਤੁਕਾਂ ਜੋੜ ਲੈਂਦੇ ਸੀ ਬੈਠੇ ਬੈਠੇ ਹੀ, ਤੇ ਉਹ ਹਜ਼ਾਰਾਂ ਹੀ ਲੋਕਾਂ ਨੂੰ ਪ੍ਰਭਾਵਿਤ ਕਰ ਜਾਂਦੇ ਸੀਗੇ। ਜਿਹੜੀ ਸਟੇਜੀ ਕਵੀ ਵਰਸਸ ਕਿਤਾਬੀ ਕਵੀ ਤੇ ਡਾਕਟਰ ਕਵੀ ਜਿਹੜੇ ਆਏ ਨੇ ਜਿਨ੍ਹਾਂ ਨੇ ਡਾਕਟਰੀ ਕਰਦਿਆਂ ਸਾਰੇ ਪੰਜਾਬੀ ਸਾਹਿਤ ਨੂੰ ਹੀ ਮਰੀਜ਼ ਬਣਾ ਦਿੱਤਾ, ਉਹਨਾਂ ਬਾਰੇ ਕੁਝ ਕਹੋਗੇ? ਮੈਂ ਅੱਜ ਦੀ ਤੁਹਾਡੀ ਗੱਲ ਕਰਦਾ ਕਿ ਅੱਜ ਸਾਡੇ ਸਿਰਮੌਰ ਪੰਜਾਬੀ ਦੇ ਸ਼ਾਇਰ ਵਿਜੇ ਵਿਵੇਕ ਹੋਣਾ ਦੀ ਇੱਕ ਪੋਸਟ ਪਾਈ ਆ ਉਹਨਾਂ ਨੇ ਡਾਕਟਰ ਰਵੇਲ ਸਿੰਘ ਹੋਣਾ ਬਾਰੇ। ਹਾਂਜੀ, ਉਹਨਾਂ ਦੀ ਇੱਕ ਕਵਿਤਾ ਪੰਜਾਬੀ ਦੇ ਨਵੇਂ ਮੈਗਜ਼ੀਨ ਦੇ ਦੂਸਰੇ ਅੰਕ ਵਿੱਚ ਛਪੀ ਹੈ। ਉਹ ਕਹਿੰਦੇ ਕਿ ਜਦੋਂ ਇਹ ਕਵਿਤਾ ਮੈਂ ਪਹਿਲੋਂ ਸੁਣੀ ਸੀ ਤੇ ਮੇਰਾ ਦਿਮਾਗ ਖਣਕਿਆ ਕਿ ਮੈਂ ਇਹ ਕਵਿਤਾ ਜਿਹੜੀ ਪਹਿਲੋਂ ਕਿਤੇ ਪੜ੍ਹੀ ਹੋਈ ਹੈ। ਹੈਰਾਨਗੀ ਦੀ ਗੱਲ ਇਹ ਹੋਈ ਕਿ ਅੱਜ ਜਦੋਂ ਉਹ ਅੰਕ ਵਿੱਚ ਛਪੀ ਕਵਿਤਾ ਤੇ ਵਿਜੇ ਵਿਵੇਕ ਹੋਣੀ ਕਹਿੰਦੇ ਕਿ ਮੈਂ ਗੂਗਲ ਤੇ ਸਰਚ ਮਾਰੀ ਤੇ ਹਿੰਦੀ ਦੇ ਇੱਕ ਕਵੀ ਦੀ ਕਵਿਤਾ ਉਹ ਸਾਹਮਣੇ ਮਿਲ ਗਈ। ਹੈਰਾਨਗੀ ਦੀ ਗੱਲ ਹੈ ਕਿ ਵਿਜੇ ਵਿਵੇਕ ਸਾਹਿਬ ਨੇ ਅੱਜ ਉਹ ਦੋਨੋਂ ਕਵਿਤਾਵਾਂ ਆਪਣੀ ਵਾਲ ਤੇ ਪਾਈਆਂ ਹੋਈਆਂ ਨੇ। ਡਾਕਟਰ ਰਵੇਲ ਸਿੰਘ ਬਹੁਤ ਵੱਡੇ ਅਹੁਦੇ ਤੇ ਨੇ, ਦਿੱਲੀ ਪੰਜਾਬੀ ਅਕੈਡਮੀ ਨਾਲ ਜੁੜੇ ਰਹੇ, ਚੰਡੀਗੜ੍ਹ ਪੰਜਾਬੀ ਅਕੈਡਮੀ ਨਾਲ ਜੁੜੇ ਹੋਏ ਆ, ਬੜੇ ਮਤਲਬ ਉਹਨਾਂ ਸਨਮਾਨਿਤ ਸ਼ਖਸੀਅਤਾਂ ਵਿੱਚ ਆਉਂਦੇ ਨੇ। ਤੇ ਜਦੋਂ ਇਹ ਦੋਨੋਂ ਕਵਿਤਾਵਾਂ ਵਿਜੇ ਵਿਵੇਕ ਦੀ ਵਾਲ ਦੇ ਉੱਤੇ ਪਈਆਂ ਹੋਈਆਂ ਨੇ ਤੇ ਸਾਨੂੰ ਕਿਤੇ ਵੀ ਮਤਲਬ ਇੰਨੀ ਸ਼ਰਮ ਆ ਰਹੀ ਹੈ, ਕਿਤੇ ਵੀ ਅਸੀਂ ਗਰਦਨ ਚੁੱਕ ਕੇ ਨਹੀਂ ਖੜੇ ਹੋ ਸਕਦੇ ਕਿ ਇੰਨਾ ਸਮਰੱਥ ਸਾਡਾ ਵਿਅਕਤੀ ਹੋਵੇ ਔਰ ਹਿੰਦੀ ਦੀ ਕਵਿਤਾ ਦਾ ਹੂ ਬਹੂ ਲਿਪੀ ਅੰਤਰ ਕਰਕੇ ਉਹਨੇ ਆਪਣੇ ਨਾਂ ਤੇ ਕਵਿਤਾ ਛਪਵਾ ਲਈ ਹੋਵੇ। ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ? ਘੱਟੋ ਘੱਟ ਸਟੇਜੀ ਕਵੀ ਇਹ ਨਹੀਂ ਸੀ ਕਰਦੇ। ਉਹਨਾਂ ਦਾ ਇੱਕ ਰੰਗ ਸੀਗਾ। ਮੈਂ ਸਾਰੇ ਪੰਜਾਬ ਨੂੰ ਦੇਖਿਆ, ਕੋਈ ਮੈਨੂੰ ਐਸਾ ਪੰਜਾਬੀ ਦੱਸ ਦਿਓ ਜਿਹਨੂੰ ਧਨੀ ਰਾਮ ਚਾਤਰਕ ਦੀ ਕਵਿਤਾ ਮੇਲਾ ਜਿਹੜਾ ਉਹ ਨਾ ਆਉਂਦੀ ਹੋਵੇ, ਤੂੜੀ ਤੰਦ ਸਾਂਭ ਨਾ ਆਉਂਦੀ ਹੋਵੇ। ਸ਼ੁਰੂ ਚ ਜ਼ਿਕਰ ਕੀਤਾ ਸੀ ਕਵਿਤਾ ਦਾ ਉਸਦਾ। ਹਾਂਜੀ ਬਿਲਕੁਲ। ਮੈਂ ਦੋਧੀਆਂ ਨੂੰ ਦੇਖਦਾ ਰਿਹਾ, ਪਿੰਡੋਂ ਆਉਂਦੇ ਹੁੰਦੇ ਸੀਗੇ, ਹੀਰ ਗਾਉਂਦੇ ਹੁੰਦੇ ਸੀ, ਉਹ ਸਾਡੇ ਲੋਕ ਕਾਵਿ ਨਾਲ ਜੁੜੇ ਹੋਏ ਸੀ। ਅੱਜ ਕੋਈ ਆਧੁਨਿਕ ਕਵੀ ਆਪਣੇ ਨਾਲ ਲੋਕਾਂ ਨੂੰ ਜੋੜ ਸਕਿਆ? ਮੈਂ ਸਮਝਦਾ ਨਹੀਂ ਜੋੜ ਸਕਿਆ। ਇਹ ਦਿੱਲੀ ਇੰਨੀ ਵੱਡੀ ਐਜੀਟੇਸ਼ਨ ਹੋਈ ਹੈ ਕਿਸਾਨਾਂ ਦੀ, ਮੇਰੇ ਸ਼ੇਰ ਦਾ ਵੀ ਉਹਨਾਂ ਨੇ ਬੈਨਰ ਬਣਾ ਕੇ ਉੱਥੇ ਲਾਏ ਹੋਏ ਸੀ। ਸਾਡੇ ਬਹੁਤ ਸਾਰੇ ਪੰਜਾਬੀ ਸ਼ਾਇਰਾਂ ਦੇ ਸ਼ੇਰਾਂ ਨੂੰ ਉਹਨਾਂ ਨੇ ਬੈਨਰ ਬਣਾ ਕੇ ਵਰਤਿਆ। ਮੈਂ ਸਮਝਦਾ ਕਿ ਸ਼ਾਇਰੀ ਉਹ ਹੈ ਜਿਹੜੀ ਲੋਕਾਂ ਦੇ ਵਿੱਚ ਜਾਵੇ, ਲੋਕਾਂ ਦੀ ਜ਼ੁਬਾਨ ਦਾ ਹਿੱਸਾ ਬਣੇ, ਲੋਕਾਂ ਦੀ ਰੂਹ ਤੱਕ ਉਤਰੇ, ਲੋਕ ਉਹਦੀ ਮਹਿਫਲਾਂ ਦੇ ਵਿੱਚ ਗੱਲ ਕਰ ਸਕਣ। ਮੈਂ ਇੱਕ ਗਜ਼ਲ ਦੇ ਕੁਝ ਸ਼ੇਰ ਪੇਸ਼ ਕਰਦਾ ਕਿ ਮੈਂ ਲਿਖਿਆ, ਜਿਹੜੀ ਦੇਵਦਰਦਾਂ ਦਾ ਥੋੜਾ ਜਿਹਾ ਇੰਟਰਨੈਟ ਦੀ ਮੈਨੂੰ ਲੱਗਦਾ ਪ੍ਰੋਬਲਮ ਆ ਰਹੀ ਹੈ ਕਿਤੇ ਨਾ ਕਿਤੇ। ਪਿਓ ਦੀ ਥਾਂ ਦੇਵ ਜੀ ਥੋੜੀ ਤੁਹਾਡੀ ਆਵਾਜ਼ ਕੱਟ ਰਹੀ ਆ, ਕੱਟ ਕੇ ਆਈ ਹੈ ਦੁਬਾਰਾ। ਇੱਕ ਵਾਰੀ ਸ਼ੁਰੂ ਤੋਂ ਗੱਲ ਕਰੋ ਜਿੱਥੋਂ ਤੁਸੀਂ ਛੱਡੀ ਸੀ, ਜਿੱਥੋਂ ਗੱਲ ਛੱਡੀ ਉੱਥੋਂ ਸ਼ੁਰੂ ਕਰੋ। ਤੁਹਾਡੀ ਆਵਾਜ਼ ਕੱਟ ਗਈ ਸੀ। ਹਾਂਜੀ ਲਓ ਮੈਂ ਗੱਲ ਸ਼ੁਰੂ ਕਰਦਾ ਕਿ ਅਸੀਂ ਜਦੋਂ ਲੋਕਾਂ ਦੀ ਗੱਲ ਕਰਦੇ ਹਾਂ ਜਾਂ ਆਧੁਨਿਕ ਕਵਿਤਾ ਦੀ ਗੱਲ ਕਰਦੇ ਹਾਂ, ਆਧੁਨਿਕ ਕਵੀ ਲੋਕਾਂ ਨੂੰ ਆਪਣੀ ਕਵਿਤਾ ਦੇ ਨਾਲ ਨਹੀਂ ਜੋੜ ਸਕੇ। ਮੈਂ ਤੇ ਇਹ ਗੱਲ ਕਹਿੰਦਾ ਹੁੰਦਾ ਕਿ ਹੁਣ ਮੈਂ ਤੁਹਾਡੇ ਸਾਹਮਣੇ ਕਵਿਤਾਵਾਂ ਪੜ੍ਹੀਆਂ, ਲੇਕਿਨ ਮੈਂ ਕੋਈ ਵੀ ਕਵਿਤਾ ਕਾਗਜ਼ ਲੈ ਕੇ ਨਹੀਂ ਪੜ੍ਹੀ। ਮੈਂ ਲੰਬੀ ਕਵਿਤਾ 70 ਲਾਈਨਾਂ ਦੀ ਕਵਿਤਾ ਸੁਣਾਈ, ਜ਼ੁਬਾਨੀ ਸੁਣਾਈ। ਪਰ ਅੱਜ ਕੱਲ ਕਵੀ ਕੀ ਕਰਦੇ ਨੇ ਕਿ ਉਹਨਾਂ ਦੀ 4 ਲਾਈਨਾਂ ਦੀ ਕਵਿਤਾ ਹੁੰਦੀ ਹੈ, ਲੇਕਿਨ ਉਹ ਵੀ ਪਹਿਲੋਂ ਕਾਗਜ਼ ਕੱਢ ਲੈਂਦੇ ਨੇ ਕਿ ਮੈਂ ਕਾਗਜ਼ ਕੱਢ ਲਵਾਂ ਪਹਿਲੋਂ ਉਹ ਸੁਣਾਵਾਂ।
ਮੈਨੂੰ ਉਹ ਗੱਲ ਅੱਛੀ ਨਹੀਂ ਲੱਗਦੀ। ਸਟੇਜੀ ਕਵੀਆਂ 'ਚ ਇਹ ਗੱਲ ਬਹੁਤ ਵਧੀਆ ਸੀਗੀ ਕਿ ਉਹਨਾਂ ਨੂੰ ਆਪਣਾ ਸਾਰਾ ਕਲਾਮ ਜ਼ੁਬਾਨੀ ਯਾਦ ਹੁੰਦਾ ਸੀ। ਮੈਂ ਇੱਕ ਕਵਿਤਾ ਆਪਣੀ ਸੁਣਾਉਣ ਲੱਗਾ ਕਿ ਯੁੱਗ ਪਰਿਵਰਤਨ ਵਿੱਚ ਬਸ ਮੈਂ ਤਾਂ ਇਹ ਤਬਦੀਲੀ ਵੇਖੀ ਏ, ਪਿਓ ਦੀ ਥਾਂ ਪੁੱਤ ਆਣ ਖਲੋਤਾ ਰਾਸ਼ਨ ਦੀਆਂ ਕਤਾਰਾਂ ਵਿੱਚ। ਵਾਹ ਵਾਹ। ਮੇਰੇ ਧੁਰ ਅੰਦਰੋਂ ਉਸ ਵੇਲੇ ਚੀਕ ਨਿਕਲਦੀ ਹੈ ਕੋਈ, ਮੇਰੇ ਧੁਰ ਅੰਦਰੋਂ ਉਸ ਵੇਲੇ ਚੀਕ ਨਿਕਲਦੀ ਹੈ ਕੋਈ, ਚੀਜ਼ਾਂ ਦੇ ਲਈ ਬੰਦੇ ਵੇਖਦੇ ਵੇਖਾਂ ਜਦੋਂ ਬਾਜ਼ਾਰਾਂ ਵਿੱਚ। ਤੇ ਹਰਜੀਤ ਗਿੱਲ ਸਾਹਿਬ ਇੱਕ ਗਜ਼ਲ ਦੇ ਕੁਝ ਸ਼ੇਰ ਕਿ ਖੁਸ਼ੀ ਸਭਨਾਂ ਲਈ ਖੁਦ ਵਾਸਤੇ ਅੰਗਿਆਰ ਮੰਗਦੇ ਨੇ, ਖੁਸ਼ੀ ਸਭਨਾਂ ਲਈ ਖੁਦ ਵਾਸਤੇ ਅੰਗਿਆਰ ਮੰਗਦੇ ਨੇ, ਇਹ ਸ਼ਾਇਰ ਲੋਕ ਨੇ ਸੱਪਾਂ ਤੋਂ ਵੀ ਜੋ ਪਿਆਰ ਮੰਗਦੇ ਨੇ। ਕੀ ਬਾਤ ਹੈ, ਬਹੁਤ ਵਧੀਆ, ਬਹੁਤ ਵਧੀਆ ਕਵਿਤਾ ਹੈ, ਬਹੁਤ ਵਧੀਆ ਕਵਿਤਾ ਮੈਂ ਪੜ੍ਹੀ ਜੀ। ਹਾਂ, ਖੁਸ਼ੀ ਸਭਨਾਂ ਲਈ ਖੁਦ ਵਾਸਤੇ ਅੰਗਿਆਰ ਮੰਗਦੇ ਨੇ, ਇਹ ਸ਼ਾਇਰ ਲੋਕ ਨੇ ਸੱਪਾਂ ਤੋਂ ਵੀ ਜੋ ਪਿਆਰ ਮੰਗਦੇ ਨੇ। ਤੇ ਨਜ਼ਰ ਮੁਰਦਾ, ਜ਼ੁਬਾਨ ਮੁਰਦਾ, ਬਦਨ ਮੁਰਦਾ ਤੇ ਰੂਹ ਮੁਰਦਾ। ਨਜ਼ਰ ਮੁਰਦਾ, ਜ਼ੁਬਾਨ ਮੁਰਦਾ, ਬਦਨ ਮੁਰਦਾ ਤੇ ਰੂਹ ਮੁਰਦਾ। ਇਹ ਮੁਰਦਾ ਲੋਕ ਫਿਰ ਵੀ ਜਿਉਣ ਦੇ ਅਧਿਕਾਰ ਮੰਗਦੇ ਨੇ, ਇਹ ਮੁਰਦਾ ਲੋਕ ਫਿਰ ਵੀ ਜਿਉਣ ਦੇ ਅਧਿਕਾਰ ਮੰਗਦੇ ਨੇ। ਤੇ ਤੁਸੀਂ ਆਪਣੇ ਸੱਭਿਆਚਾਰ ਦੇ ਉੱਤੇ ਇੱਕ ਸ਼ੇਰ ਵੇਖਿਓ ਕਿ ਮੇਰੇ ਪੈਰਾਂ ਨੂੰ ਹੱਥੀਂ ਜੂੜ ਕੇ ਹੁਣ ਕਮਲਿਆ ਵਾਂਗੂ, ਮੇਰੇ ਪੈਰਾਂ ਨੂੰ ਹੱਥੀਂ ਜੂੜ ਕੇ ਹੁਣ ਕਮਲਿਆਂ ਵਾਂਗੂ, ਮੇਰੇ ਜਾਏ ਮੇਰੇ ਕੋਲੋਂ ਮੇਰੀ ਰਫ਼ਤਾਰ ਮੰਗਦੇ ਨੇ। ਕੀ ਬਾਤ ਹੈ, ਕੀ ਬਾਤ। ਮੇਰੇ ਪੈਰਾਂ ਨੂੰ ਹੱਥੀਂ ਜੂੜ ਕੇ ਹੁਣ ਕਮਲਿਆਂ ਵਾਂਗੂ, ਮੇਰੇ ਜਾਏ ਮੇਰੇ ਕੋਲੋਂ ਮੇਰੀ ਰਫ਼ਤਾਰ ਮੰਗਦੇ ਨੇ। ਤੇ ਅਧਿਆਪਕਾਂ ਵਾਸਤੇ ਇੱਕ ਸ਼ੇਰ ਹੈ ਕਿ ਕਹੋ ਬੁੱਤ ਘਾੜਿਆਂ ਨੂੰ ਆਪਣੇ ਹੱਥਾਂ ਦੀ ਸ਼ੋਅ ਦੇਵਣ, ਕਹੋ ਬੁੱਤ ਘਾੜਿਆਂ ਨੂੰ ਆਪਣੇ ਹੱਥਾਂ ਦੀ ਸ਼ੋਅ ਦੇਵਣ, ਇਹ ਪੱਥਰ ਕੌਣ ਵੇਲੇ ਦੇ ਕੋਈ ਆਕਾਰ ਮੰਗਦੇ ਨੇ। ਕਹੋ ਬੁੱਤ ਘਾੜਿਆਂ ਨੂੰ ਆਪਣੇ ਹੱਥਾਂ ਦੀ ਸ਼ੋਅ ਦੇਵਣ, ਇਹ ਪੱਥਰ ਕੌਣ ਵੇਲੇ ਦੇ ਕੋਈ ਆਕਾਰ ਮੰਗਦੇ ਨੇ। ਤੇ ਭਵਿੱਖ ਬਦਬਖਤ ਦੇਸ਼ਾਂ ਦਾ ਉਦੋਂ ਬਰਬਾਦ ਹੋ ਜਾਂਦਾ ਹੈ, ਭਵਿੱਖ ਬਦਬਖਤ ਦੇਸ਼ਾਂ ਦਾ ਉਦੋਂ ਬਰਬਾਦ ਹੋ ਜਾਂਦਾ ਹੈ। ਕਿਤਾਬਾਂ ਦੀ ਜਗ੍ਹਾ ਬੱਚੇ ਜਦੋਂ ਹਥਿਆਰ ਮੰਗਦੇ ਨੇ, ਕਿਤਾਬਾਂ ਦੀ ਜਗ੍ਹਾ ਬੱਚੇ ਜਦੋਂ ਹਥਿਆਰ ਮੰਗਦੇ ਨੇ। ਤੇ ਅਸੀਂ ਮਿੱਟੀ ਦੇ ਦੀਵੇ ਹੋ ਕੇ ਵੀ ਚਾਨਣ ਦੇ ਪਰਚਮ ਹਾਂ, ਅਸੀਂ ਮਿੱਟੀ ਦੇ ਦੀਵੇ ਹੋ ਕੇ ਵੀ ਚਾਨਣ ਦੇ ਪਰਚਮ ਹਾਂ। ਉਹ ਕਾਲਖ ਦੇ ਵਪਾਰੀ ਨੇ ਸਦਾ ਅੰਧਕਾਰ ਮੰਗਦੇ ਨੇ, ਉਹ ਕਾਲਖ ਦੇ ਵਪਾਰੀ ਨੇ ਸਦਾ ਅੰਧਕਾਰ ਮੰਗਦੇ ਨੇ। ਤੇ ਆਧੁਨਿਕ ਯੁੱਗ ਵਿੱਚ ਵੇਖੋ ਮਸ਼ੀਨੀਕਰਨ ਦੇ ਕੌਤਕ, ਆਧੁਨਿਕ ਯੁੱਗ ਵਿੱਚ ਵੇਖੋ ਮਸ਼ੀਨੀਕਰਨ ਦੇ ਕੌਤਕ। ਮਸ਼ੀਨਾਂ ਦੇ ਹੀ ਨਿਰਮਾਤਾ ਖੜੇ ਰੁਜ਼ਗਾਰ ਮੰਗਦੇ ਨੇ, ਮਸ਼ੀਨਾਂ ਦੇ ਹੀ ਨਿਰਮਾਤਾ ਖੜੇ ਰੁਜ਼ਗਾਰ ਮੰਗਦੇ ਨੇ। ਤੇ ਖੁਸ਼ੀ ਸਭਨਾਂ ਲਈ ਖੁਦ ਵਾਸਤੇ ਅੰਗਿਆਰ ਮੰਗਦੇ ਨੇ, ਇਹ ਸ਼ਾਇਰ ਲੋਕ ਨੇ ਸੱਪਾਂ ਤੋਂ ਵੀ ਜੋ ਪਿਆਰ ਮੰਗਦੇ ਨੇ। ਵਾਕਈ ਜੀ ਬਹੁਤ ਵਧੀਆ। ਇਹਦੇ ਵਿੱਚ ਵੀ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਉਠਾ ਦਿੱਤੀਆਂ। ਅਧਿਆਪਕ ਨੂੰ ਇੱਕ ਦੀਵੇ ਦੀ ਲੋ ਵਾਂਗੂ ਦੱਸ ਕੇ ਕਿ ਭਾਵੇਂ ਸਾਡੀ ਲੋ, ਅਸੀਂ ਬਹੁਤ ਛੋਟੇ ਹਾਂ, ਮਿੱਟੀ ਦੇ ਦੀਵੇ ਹਾਂ, ਪਰ ਅਸੀਂ ਉਹ ਕਾਲਖ ਦੇ ਵਣਜਾਰਿਆਂ ਲਈ ਇੱਕ ਬੜਾ ਵੱਡਾ ਚੈਲੰਜ ਬਣ ਸਕਦੇ ਹਾਂ ਜੇ ਅਸੀਂ ਆਪਣੀ ਹੋਂਦ ਨੂੰ ਪਛਾਣ ਲਈਏ। ਇੱਕ ਕਵਿਤਾ ਤੁਹਾਡੇ ਕੋਲ ਮੈਂ ਹੋਰ ਸੁਣਨੀ ਆ, ਮਿਹਨਤ ਨੂੰ ਹਥਿਆਰ ਬਣਾਉਣਾ ਚੰਗਾ ਨਹੀਂ ਵਾਲੀ ਜਿਹੜੀ ਕਵਿਤਾ ਤੁਹਾਡੀ, ਉਹਦੇ ਵੀ ਜਿਹੜੇ ਸ਼ਬਦ ਨੇ ਉਹ ਬੜੇ ਪ੍ਰਭਾਵਸ਼ਾਲੀ ਸ਼ਬਦ ਨੇ। ਔਰ ਬਾਕੀ ਗੱਲਾਂ ਆਪਾਂ ਬਾਅਦ ਚ ਕਰਦੇ, ਮੈਂ ਕਵਿਤਾ ਸੁਣ ਲਈਏ ਜੇ ਤੁਹਾਡੇ ਕੋਲ ਇੱਕ ਵਾਰੀ। ਹਾਂਜੀ, ਮੈਂ ਉਹ ਕਵਿਤਾ ਦੇ ਥੋੜੇ ਸ਼ੇਰ ਸੁਣਾ ਦੇਣਾ ਕਿਉਂਕਿ ਮੈਨੂੰ ਜ਼ਿਆਦਾ ਸ਼ੇਰ ਉਹਦੇ ਯਾਦ ਨਹੀਂ। ਮੈਂ ਲਿਖੀ ਨਹੀਂ ਕਾਗਜ਼ ਤੇ ਕਵਿਤਾ, ਉਹ ਸਿੱਧੀ ਮੈਂ ਫੇਸਬੁੱਕ ਤੇ ਪਾ ਦਿੱਤੀ ਸੀ ਕਿਉਂਕਿ ਮੈਂ ਬਹੁਤ ਮਿਹਨਤ ਕੀਤੀ ਹੈ। ਡਾਕਟਰ ਕਰਮ ਸਿੰਘ ਹੋਣਾ ਕਿਹਾ ਕਿ ਮੈਂ ਤੁਹਾਡੇ ਮਤਲੇ ਨਾਲ ਸਹਿਮਤ ਨਹੀਂ ਹੈਗਾ, ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਡਾਕਟਰ ਸਾਹਿਬ ਤੁਸੀਂ ਇਸ ਪ੍ਰੋਸੈਸ ਚੋਂ ਗੁਜ਼ਰੇ ਵੀ ਨਹੀਂ, ਇਸ ਕਰਕੇ ਤੁਸੀਂ ਮਤਲੇ ਤੋਂ ਨਹੀਂ, ਜਿਹੜਾ ਬੰਦਾ ਉਸ ਤੋਂ ਗੁਜ਼ਰਿਆ ਹੈਗਾ ਉਹੋ ਹੀ ਇਹ ਗੱਲ ਕਹਿ ਸਕਦਾ। ਵੈਸੇ ਜਿਹੜਾ ਕਿਉਂਕਿ ਅਸੀਂ ਬੱਚਿਆਂ ਨੂੰ ਪੜ੍ਹਾ, ਹਾਂਜੀ, ਇਹ ਮੈਂ ਆਪ ਤੁਹਾਨੂੰ ਇਹ ਸਵਾਲ ਕਰਨਾ ਸੀ ਕਵਿਤਾ ਸੁਣਨ ਤੋਂ ਬਾਅਦ, ਜਿਹੜਾ ਤੁਸੀਂ ਉਠਾ ਹੀ ਦਿੱਤਾ ਸ਼ੁਰੂ ਚ
ਕਿ ਇਹਨੂੰ ਤੁਸੀਂ ਸਟਾਇਰ ਵਜੋਂ ਲਿਆ ਸੀਗਾ, ਇੱਕ ਵਿਅੰਗ ਵਜੋਂ, ਕਿ ਇਹ ਕਰਕੇ ਵੀ ਕੁਝ ਨਹੀਂ ਲੱਭਦਾ, ਜਾਂ ਤੁਸੀਂ ਉਹਨੂੰ ਦੂਜੇ ਐਂਗਲ ਤੋਂ ਲਿਆ ਕਿ ਨਹੀਂ ਇਦਾਂ ਕਰਨ ਦਾ ਕੋਈ ਫਾਇਦਾ ਨਹੀਂ? ਅਸੀਂ ਬੱਚਿਆਂ ਨੂੰ ਜਦੋਂ ਐਜੂਕੇਸ਼ਨ ਦਿੰਦੇ ਆ ਤੇ ਉਹਨਾਂ ਨੂੰ ਪਹਿਲਾ ਪਾਠ ਬਣਾਉਂਦੇ ਆ ਕਿ ਮਿਹਨਤ ਨੂੰ ਆਪਣਾ ਹਥਿਆਰ ਬਣਾਓ ਤੇ ਤਰੱਕੀ ਕਰੋ ਜੀ। ਜ਼ਿਆਦਾ ਤਰੱਕੀ ਕਰਨਾ ਵੀ ਵਧੀਆ ਨਹੀਂ ਹੈਗਾ। ਹਾਂਜੀ, ਮੈਂ ਇਸ ਗੱਲ ਨੂੰ ਅੱਜ ਮਹਿਸੂਸ ਕਰ ਰਿਹਾ, ਕਿਉਂਕਿ ਮੈਂ ਬਹੁਤ ਤਰੱਕੀ ਕੀਤੀ। ਮੈਂ 4 ਬੰਦਿਆਂ ਦਾ ਕੰਮ ਕੀਤਾ, ਉਹਦੇ 'ਚ ਤੁਸੀਂ ਦੇਖਿਓ, ਸ਼ੇਅਰ ਦੇਖਿਓ ਕਿ ਮਿਹਨਤ ਨੂੰ ਹਥਿਆਰ ਬਣਾਉਣਾ ਚੰਗਾ ਨਹੀਂ। ਮਿਹਨਤ ਨੂੰ ਹਥਿਆਰ ਬਣਾਉਣਾ ਚੰਗਾ ਨਹੀਂ, ਆਪਣੇ ਆਪ ਨੂੰ ਸਾਣ ਤੇ ਲਾਉਣਾ ਚੰਗਾ ਨਹੀਂ। ਆਪਣੇ ਆਪ ਨੂੰ ਸਾਣ ਤੇ ਲਾਉਣਾ ਚੰਗਾ ਨਹੀਂ, ਤੇ ਫਰਜ਼ਾਂ ਦੇ ਆਵੇ ਵਿੱਚ ਦੱਬਣਾ ਰੀਝਾਂ ਨੂੰ, ਫਰਜ਼ਾਂ ਦੇ ਆਵੇ ਵਿੱਚ ਦੱਬਣਾ ਰੀਝਾਂ ਨੂੰ, ਜਿੰਦਰੇ ਉੱਤੇ ਜਿੰਦਰਾ ਲਾਉਣਾ ਚੰਗਾ ਨਹੀਂ। ਕੀ ਬਾਤ। ਜਿੰਦਰੇ ਉੱਤੇ ਜਿੰਦਰਾ ਲਾਉਣਾ ਚੰਗਾ ਨਹੀਂ, ਤੇ ਸੁਪਨੇ ਵਿੱਚ ਵੀ ਸੁਪਨਾ ਲੈਣਾ ਡਰ ਡਰ ਕੇ, ਸੁਪਨੇ ਵਿੱਚ ਵੀ ਸੁਪਨਾ ਲੈਣਾ ਡਰ ਡਰ ਕੇ, ਆਪਣੇ ਨਾਲ ਹੀ ਵੈਰ ਕਮਾਉਣਾ ਚੰਗਾ ਨਹੀਂ, ਆਪਣੇ ਨਾਲ ਹੀ ਵੈਰ ਕਮਾਉਣਾ ਚੰਗਾ ਨਹੀਂ। ਤੇ ਇਹਦੇ ਆਪਣੇ ਗੀਤਾਂ ਦੇ ਅਗਲਾ ਸ਼ੇਰ ਤੁਹਾਡਾ ਆਪਣੇ ਗੀਤਾਂ ਦੇ ਨਾ, ਤੁਸੀਂ ਮੈਨੂੰ ਦੱਸ ਦਿਓ। ਹਾਂ, ਮੇਰੇ ਸਾਹਮਣੇ ਪਈ ਕਵਿਤਾ ਤੁਹਾਡੀ, ਮੇਰੇ ਸਾਹਮਣੇ ਪਈ ਕਵਿਤਾ, ਜਿੱਥੇ ਤੁਸੀਂ ਰੁਕੋਗੇ ਮੈਂ ਦੱਸ ਦਾਂਗਾ। ਨਹੀਂ, ਮੈਂ ਕਾਗਜ਼ ਤੇ ਨਹੀਂ ਸੀ ਲਿਖੀ, ਮੈਂ ਫੇਸਬੁੱਕ ਤੇ ਪਾਤੀ ਸੀ, ਤੇ ਮੈਂ ਫੋਨ ਤੇ ਹੁਣ ਗੱਲ ਕਰ ਰਿਹਾ ਕਿ ਆਪਣੇ ਗੀਤਾਂ ਦੇ ਨਾ ਨਕਸ਼ ਵਿਗਾੜ ਲਵੀਂ, ਆਪਣੇ ਗੀਤਾਂ ਦੇ ਨਾ ਨਕਸ਼ ਵਿਗਾੜ ਲਵੀਂ, ਹੱਥਿਆਂ ਦੇ ਦਰਬਾਰ 'ਚ ਗਾਉਣਾ ਚੰਗਾ ਨਹੀਂ। ਕੀ ਬਾਤ। ਹੱਥਿਆਂ ਦੇ ਦਰਬਾਰ 'ਚ ਗਾਉਣਾ ਚੰਗਾ ਨਹੀਂ। ਇੱਕੋ ਸ਼ੇਰ ਹੈ ਨਾ, ਅਜ਼ਮਾਇਆ ਨੂੰ ਮੁੜ ਅਜ਼ਮਾਉਣਾ ਚੰਗਾ ਨਹੀਂ, ਤੇ ਉਹ ਸ਼ੁਰੂ ਹੁੰਦਾ ਮੇਰਾ ਖਿਆਲ ਕਿ ਕੁਝ ਇੱਕ ਭਰਮ ਸਲਾਮਤ, ਕੁਝ ਇੱਕ ਭਰਮ ਸਲਾਮਤ ਰੱਖ ਦਿਲ ਸ਼ੇਰ, ਦਿਲ ਸ਼ੇਰ ਸੇ ਹਾਂ, ਕੁਝ ਇੱਕ ਭਰਮ ਸਲਾਮਤ ਰੱਖ ਦਿਲ ਸ਼ੇਰ ਸੇ ਹਾਂ, ਅਜ਼ਮਾਇਆ ਨੂੰ ਮੁੜ ਅਜ਼ਮਾਉਣਾ ਚੰਗਾ ਨਹੀਂ, ਅਜ਼ਮਾਇਆ ਨੂੰ ਮੁੜ ਅਜ਼ਮਾਉਣਾ ਚੰਗਾ ਨਹੀਂ। ਔਰ ਫਿਰ ਖੰਭਾਂ ਤੋਂ ਡਾਰ ਬਣਾਉਣੀ ਲੋਕਾਂ ਨੇ, ਫਿਰ ਖੰਭਾਂ ਤੋਂ ਡਾਰ ਬਣਾਉਣੀ ਲੋਕਾਂ ਨੇ, ਸ਼ੀਸ਼ਾ ਵੇਖਦਿਆਂ ਮੁਸਕਾਉਣਾ ਚੰਗਾ ਨਹੀਂ। ਕੀ ਬਾਤ। ਚੰਗਾ ਨਹੀਂ, ਸ਼ੀਸ਼ਾ ਵੇਖਦਿਆਂ ਮੁਸਕਾਉਣਾ ਚੰਗਾ ਨਹੀਂ। ਤੇ ਅਰਜੀਤ ਗਿੱਲ ਸਾਹਿਬ, ਮੈਂ ਲਾਸਟ ਵਾਲੀ ਲਾਈਨ ਜਿਹੜੀ ਤੁਹਾਡੀ, ਉਹ ਵੀ ਬੜੀ ਮਤਲਬ ਜਿਹਨੂੰ ਸੁਖਨਵਰੀ ਸੰਵਾਦ ਹੈ ਸੁੱਚੇ ਸ਼ਬਦਾਂ ਦਾ, ਉਹ ਹੈਗਾ ਕਿ ਉਹ ਕਵੀ ਵਾਸਤੇ। ਹਾਂਜੀ, ਹਾਂ, ਸੁਖਨਵਰੀ ਸੰਵਾਦ ਹੈ ਸੁੱਚੇ ਸ਼ਬਦਾਂ ਦਾ, ਉਲਝੀ ਕਵਿਤਾ ਵਿੱਚ ਉਲਝਾਉਣਾ ਚੰਗਾ ਨਹੀਂ। ਅਸੀਂ ਖੁਦ ਇਹੀ ਮੇਰਾ ਸਵਾਲ ਸੀ ਤੁਹਾਨੂੰ, ਜਿਹੜੀ ਤੁਹਾਡੀ ਕਵਿਤਾ ਦੇ ਆਖਰੀ ਬੰਦ ਨੇ ਮੈਨੂੰ ਜਵਾਬ ਦੇ ਦਿੱਤਾ, ਕਿ ਜਿਹੜਾ ਮੈਂ ਤੁਹਾਨੂੰ ਸਵਾਲ ਕਰ ਰਿਹਾ ਸੀ ਕਿ ਜਿਹੜੇ ਬਹੁਤ ਵਿਦਵਾਨ ਲੇਖਕ ਅੱਜ ਕੱਲ ਆ ਗਏ ਸਾਡੇ ਆਲੇ ਦੁਆਲੇ, ਤੇ ਜਿਹੜੀ ਉਹ ਸਾਨੂੰ ਕਵਿਤਾ ਦੇ ਰਹੇ ਆ, ਉਹ ਉਲਝਾ ਰਹੀ ਆ, ਉਹ ਸਾਨੂੰ ਕੁਝ ਸਮਝਾ ਨਹੀਂ ਰਹੀ, ਉਸ ਬੱਚਿਆਂ ਨੂੰ ਕਵਿਤਾ ਤੋਂ ਦੂਰ ਕਰ ਰਹੀ ਹੈ, ਉਹ ਕਵਿਤਾ ਦੇ ਨੇੜੇ ਨਹੀਂ ਲਿਆ ਰਹੀ। ਸਾਨੂੰ ਲੋਕਾਂ ਦੇ ਪੱਧਰ ਦੀ, ਲੋਕਾਂ ਦੀ ਮਾਨਸਿਕਤਾ ਦੇ ਅਕੋਰਡਿੰਗ ਕਵਿਤਾ ਲਿਖਣੀ ਚਾਹੀਦੀ ਹੈ। ਜੇਕਰ ਅਸੀਂ ਲੋਕਾਂ ਦੀ ਮਾਨਸਿਕਤਾ ਨੂੰ ਨਹੀਂ ਸਮਝਾਂਗੇ ਤੇ ਲੋਕ ਸਾਡੀ ਕਵਿਤਾ ਦਾ ਵੀ ਕਦੀ ਆਨੰਦ ਨਹੀਂ ਮਾਣ ਸਕਣਗੇ, ਤੇ ਉਹਨੂੰ ਆਪਣੀ ਰੂਹ ਦੇ ਉੱਤੇ ਨਹੀਂ ਲੈ ਸਕਣਗੇ। ਦੇਵ ਜੀ, ਇੱਕ ਅੱਜ ਕਿਸਾਨ ਅੰਦੋਲਨ ਨੇ ਪੂਰੇ ਲੋਕਾਂ ਨੂੰ, ਭਾਰਤ ਦੇ ਲੋਕਾਂ ਨੂੰ, ਖਾਸ ਕਰਕੇ ਜਿਹੜੇ ਥੋੜਾ ਬਹੁਤਾ ਸੈਂਸਿਟਿਵ ਲੋਕ ਨੇ, ਕਿਸਾਨ ਅੰਦੋਲਨ ਨਾਲ ਜੋੜਿਆ, ਇੱਕ ਵੇਗ ਬਣ ਗਿਆ। ਕੁਝ ਲੋਕ ਵੇਗ ਦੇ ਵਿੱਚ ਆ ਕੇ ਕੁਝ ਕਵਿਤਾ ਵੀ ਲਿਖ ਰਹੇ ਨੇ, ਗਾਣੇ ਵੀ ਲਿਖ ਰਹੇ ਨੇ, ਗਾਣੇ ਗਾ ਵੀ ਰਹੇ ਨੇ। ਇਹ ਜਿਹੜਾ ਦੌਰ ਹੈ, ਇਹਨੂੰ ਤੁਸੀਂ ਕਿੱਦਾਂ ਵੇਖਦੇ ਹੋ? ਇਹ ਕੋਈ ਟੈਂਪਰੇਰੀ ਵੇਗ ਦਾ ਦੌਰ ਹੈ, ਜਾਂ ਕੋਈ ਇਹ ਚਿਰ ਸਥਾਈ ਇਹਦਾ ਜਿਹੜਾ ਇਤਿਹਾਸ ਹੋ ਨਿਬੜੇਗਾ? ਇਸ ਦੌਰ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਤੇ ਤੁਸੀਂ ਕਿਹਾ ਹੈ ਕਿ ਤੁਹਾਡੀ ਇੱਕ ਕਵਿਤਾ ਦੇ ਸ਼ੇਰ ਨੂੰ ਉੱਥੇ ਨਾਰਾ ਬਣਾਇਆ ਗਿਆ, ਉਹਦਾ ਵੀ ਜ਼ਿਕਰ ਕਰ ਲਈਏ। ਹਾਂਜੀ, ਉਹ ਮੈਂ ਕਿਹਾ ਸੀਗਾ ਨਾ, ਤਾਜ ਲੱਥਣਗੇ ਤਾਜਦਾਰਾਂ ਦੇ, ਹੋ ਗਈ ਜੇ ਅਖੀਰ ਲੋਕਾਂ ਦੀ, ਜਿੱਤ ਹੁੰਦੀ ਅਖੀਰ ਲੋਕਾਂ ਦੀ, ਜਿੱਤ ਹੋਣੀ ਅਖੀਰ ਲੋਕਾਂ ਦੀ। ਤੇ ਉਹ ਜਿਹੜੀ ਤਾਜ ਲੱਥਣਗੇ ਤਾਜਦਾਰਾਂ ਦੇ, ਹੋ ਗਈ ਜੇ ਅਖੀਰ ਲੋਕਾਂ ਦੀ, ਉਹ ਸ਼ੇਰ ਨੂੰ ਬੈਨਰ ਬਣਾ ਕੇ ਲੋਕਾਂ ਨੇ ਉੱਥੇ ਵਰਤਿਆ।
ਮੈਨੂੰ ਇਹ ਬੜਾ ਅੱਛਾ ਲੱਗਾ। ਲੇਕਿਨ ਮੈਂ ਜਿਹੜੀ ਤੁਸੀਂ ਪਹਿਲਾਂ ਸਵਾਲ ਕੀਤਾ ਉਹ ਬੜਾ ਮਹੱਤਵਪੂਰਨ ਸਵਾਲ ਹੈ ਕਿ ਜਿਹੜਾ ਇਹ ਇੱਕ ਲੋਕਾਂ ਦੇ ਅੰਦਰ ਕ੍ਰਾਂਤੀ ਪੈਦਾ ਹੋਈ ਹੈ, ਲੋਕ ਚੇਤਨ ਪੈਦਾ ਹੋਏ ਆ, ਜਾਂ ਕਿਸਾਨ ਅੰਦੋਲਨ ਨੇ ਜਿਹੜੀ ਪੰਜਾਬ ਦੇ ਲੋਕਾਂ ਦੇ ਅੰਦਰ ਚੇਤਨਾ ਪੈਦਾ ਕੀਤੀ ਹੈ, ਇਹ ਕੀ ਚਿਰ ਸਥਾਈ ਹੈ ਜਾਂ ਇਹ ਆਰਜ਼ੀ ਤੌਰ ਤੇ ਹੈ? ਮੈਂ ਸਮਝਦਾ ਕਿ ਇਹ ਇੱਕ ਵੱਡੀ ਕ੍ਰਾਂਤੀ ਦੀ ਸ਼ੁਰੂਆਤ ਹੈ। ਜਿਹੜੇ ਦੁੱਲੇ ਗਵਾਚਣ ਦੀ, ਜਿਹੜੇ ਜਿਉਣੇ ਮੌੜ ਗਵਾਚਣ ਦੀ ਅਸੀਂ ਗੱਲ ਕਰ ਰਹੇ ਸੀ, ਇਸ ਕ੍ਰਾਂਤੀ ਦੇ ਵਿੱਚੋਂ ਦੁੱਲੇ ਵੀ ਪੈਦਾ ਹੋਣਗੇ, ਉਹ ਜਿਉਣੇ ਮੌੜ ਵੀ ਪੈਦਾ ਹੋਣਗੇ। ਤੁਸੀਂ ਦੇਖਣਾ ਕਿ ਇਹ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਸ ਨੇ, ਇਹਦੇ ਵਿੱਚੋਂ ਹੀ ਪੰਜਾਬ ਯੁਵਾ ਦੇ ਵਿੱਚੋਂ ਉਹ ਚਿਹਰੇ ਆਪਣੇ ਆਪ ਹੀ ਪੈਦਾ ਹੋਣਗੇ ਜਿਨ੍ਹਾਂ ਨੇ ਇਸ ਸਾਰੇ ਸੰਤਾਪ ਨੂੰ ਆਪਣੇ ਉੱਤੇ ਹੰਢਾਇਆ ਔਰ ਪੰਜਾਬ ਨੂੰ ਇਹਦੇ ਵਿੱਚ ਵੜਦਾ ਹੋਇਆ ਦੇਖਿਆ। ਪੰਜਾਬ ਨੂੰ ਕਿਸ ਤਰ੍ਹਾਂ ਕੇਂਦਰ ਸਰਕਾਰ ਅੱਖੋਂ ਪਰੋਖੇ ਕਰ ਰਹੀ ਹੈ ਉਹ ਦੇਖਿਆ, ਤੇ ਆਪਣੇ ਹੱਕਾਂ ਦੀ ਰਾਖੀ ਵਾਸਤੇ ਜਿਹੜੇ ਲੋਕ ਲੜ ਰਹੇ ਨੇ ਇਸ ਕ੍ਰਾਂਤੀ ਦੇ ਵਿੱਚੋਂ, ਇਹਦੇ ਬਹੁਤ ਸਾਰੇ ਪਸਾਰ ਪੈਦਾ ਹੋਣਗੇ। ਯੁਵਾ ਪੀੜ੍ਹੀ ਦੇ ਉੱਤੇ ਇਹਦਾ ਬਹੁਤ ਅਸਰ ਹੋਏਗਾ ਤੇ ਇਹਦੇ ਵਿੱਚੋਂ ਸਾਡੇ ਵੱਡੇ ਨਾਇਕ ਜਿਹੜੇ ਆ ਉਹ ਪੈਦਾ ਹੋਣ। ਦੇਵ ਜੀ ਸਮਕਾਲੀ ਸਾਹਿਤ ਦੇ ਵਿੱਚ, ਸਮਕਾਲੀ ਸਮੇਂ ਦੇ ਵਿੱਚ, ਵੈਸੇ ਮੈਂ ਇੱਕ ਕਵਿਤਾ ਦਾ ਜ਼ਿਕਰ ਕਰਨਾ ਚਾਹ ਰਿਹਾ ਸੀ, ਜਿਵੇਂ ਤੁਸੀਂ ਹੁਣ ਜ਼ਿਕਰ ਕੀਤਾ ਕਿ ਇਸ ਅੰਦੋਲਨ ਚੋਂ ਵੱਡੇ ਪੈਦਾ ਹੋਣਗੇ। ਇੱਕ ਅੰਦੋਲਨ ਥੋੜਾ ਚਿਰ ਪਹਿਲਾਂ ਵੀ ਦਿੱਲੀ 'ਚ ਚੱਲਿਆ ਸੀ, ਇੱਕ ਕਵਿਤਾ ਜਾਂ ਕਹਿ ਲਓ ਬਹੁਤ ਮਸ਼ਹੂਰ ਹੋਈ ਸੀ ਇੱਕ ਪਾਕਿਸਤਾਨ ਦੇ ਕਵੀ ਦੀ, ਜਿਹਨੇ ਜ਼ਿਆਲ ਹੱਕ ਦੇ ਵੇਲੇ ਉਹ ਲਿਖੀ ਸੀਗੀ ਕਵਿਤਾ, ਉਹ ਬਹੁਤ ਪ੍ਰਚਾਰੀ ਤੇ ਪਸਾਰੀ ਗਈ ਸੀਗੀ ਔਰ ਉਹਨੇ ਬੜਾ ਉਸ ਮੂਵਮੈਂਟ ਨੂੰ ਜੋਸ਼ ਭਰਿਆ ਸੀਗਾ। ਕਈ ਵਾਰ ਕਵੀ ਜਿਹੜੇ ਆ ਨਾ ਜੀ, ਉਹ ਜਿਹੜੀਆਂ ਉਹਨਾਂ ਦੀਆਂ ਰਚਨਾਵਾਂ ਹੁੰਦੀਆਂ ਉਹ ਸਦੀਵੀ ਹੁੰਦੀਆਂ, ਦੇਖੋ ਕਦੋਂ ਦੀ ਕਵਿਤਾ ਕਦੋਂ ਆ ਕੇ ਕਿੱਥੇ ਫਿੱਟ ਬੈਠੀ ਸੀਗੀ। ਔਰ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਸਵਾਲ ਇਹ ਕਰਨ ਲੱਗਾ ਸੀਗਾ ਕਿ ਜਦੋਂ ਸਮਕਾਲੀ ਸਾਹਿਤ ਵਿੱਚ ਆਪਾਂ ਵੇਖ ਰਹੇ ਹਾਂ, ਹੁਣੇ ਸਾਡੇ ਤੋਂ ਵਿਛੜੇ ਨੇ ਰਾਹਤ ਅੰਦੌਰੀ ਹੀਰੀ, ਕੁਝ ਹੋਰ ਨਾਮਵਰ ਸ਼ਾਇਰ ਨੇ ਹਿੰਦੀ ਦੇ, ਉਰਦੂ ਦੇ, ਸਾਡਾ ਪੰਜਾਬੀ ਵਾਲੇ ਸ਼ਾਇਰ ਉਹਨਾਂ ਦੇ ਮੁਕਾਬਲੇ ਕਿੱਥੇ ਕੁ ਖੜਦੇ ਆ? ਉਸ ਮਤਲਬ ਲੋਕਾਂ ਦੇ ਦਰਦ ਦੀ ਗੱਲ ਕਰਦੇ ਨੇ ਜਿਹੜੇ ਸ਼ਾਇਰ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਰਾਹਤ ਅੰਦੌਰੀ ਦਾ ਜ਼ਿਕਰ ਕੀਤਾ, ਮੈਂ ਹੋਰ ਬਹੁਤ ਸਾਰੇ ਸ਼ਾਇਰ ਨੇ ਹਿੰਦੀ ਦੇ ਜਿਨ੍ਹਾਂ ਦੀ ਆਪਾਂ ਗੱਲ ਕਰ ਸਕਦੇ ਹਾਂ। ਜਿਸ ਪਾਏ ਦੀ ਉਹ ਕਵਿਤਾ ਲਿਖ ਰਹੇ ਨੇ, ਜਿਸ ਤਰ੍ਹਾਂ ਦੀ ਚੇਤਨਾ ਦਾ ਪਸਾਰ ਕਰ ਰਹੇ ਨੇ, ਜਿਸ ਤਰ੍ਹਾਂ ਉਹ ਵੰਗਾਰਦੇ ਨੇ ਲੋਕਾਂ ਨੂੰ ਕਿ ਉੱਠੋ, ਤੁਹਾਡੇ ਹੱਕ ਕੀ ਨੇ, ਤੁਸੀਂ ਕਿਉਂ ਸੁੱਤੇ ਹੋ। ਇੱਕ ਕਵਿਤਾ ਤੁਹਾਡੀ ਮੇਰੇ ਸਾਹਮਣੇ ਵੀ ਆ, ਜਿਹੜੀ ਅਕਲੋਂ ਖੋਟੇ ਸਭ ਮੰਨੇ ਪਰ ਮੰਨੇ ਹੋਈ ਫਿਰਦੇ ਨੇ ਵਾਲੀ ਕਵਿਤਾ, ਉਹ ਵੀ ਤੁਹਾਡੇ ਕੋਲ ਸੁਣਨੀ ਐਸੇ ਸੰਦਰਭ ਦੇ ਵਿੱਚ ਹੀ। ਤੇ ਇਹ ਤੁਸੀਂ ਪੰਜਾਬੀ ਸਾਹਿਤ ਨੂੰ ਕਿੱਥੇ ਕੰਕਦੇ ਹੋ ਉਹਨਾਂ ਦੇ ਮੁਕਾਬਲੇ? ਤੇ ਮੈਂ ਤੁਹਾਨੂੰ ਤੁਸੀਂ ਨਾ ਇੱਕ ਗੱਲ ਇਹਨਾਂ ਦਿਨਾਂ 'ਚ ਦੇਖੀ ਹੋਏਗੀ ਕਿ ਸਾਡੇ ਬਹੁਤ ਸਾਰੇ ਜਿਹੜੇ ਰਾਈਟਰ ਨੇ ਨਾ, ਜਿਸ ਤਰ੍ਹਾਂ ਸਤੀਸ਼ ਗੁਲਾਟੀ ਹੈ, ਅਮਰਜੀਤ ਕੌਂਕੇ ਹੈ, ਹਾਂਜੀ, ਇਹ ਪੰਜਾਬੀ ਤੋਂ ਹਿੰਦੀ ਵੱਲ ਜਾ ਰਹੇ ਨੇ। ਹਾਂ, ਪੰਜਾਬੀ ਤੋਂ ਮੈਨੂੰ ਲੱਗਦਾ ਕਿ ਇਹ ਪੰਜਾਬੀ ਦਾ ਘੇਰਾ ਜਿਹੜਾ ਹੈ ਉਹਨੂੰ ਇਹ ਸੀਮਤ ਘੇਰਾ ਸਮਝਦੇ ਨੇ। ਕਿ ਜਿਸ ਤਰ੍ਹਾਂ ਰਾਹਤ ਇੰਦੌਰੀ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਜਦੋਂ ਉਰਦੂ ਦੇ ਵਿੱਚ ਲਿਖਦਾ ਤੇ ਉਰਦੂ ਦਾ ਘੇਰਾ ਜਿਹੜਾ ਹੈਗਾ ਵਿਸ਼ਵ ਵਿਆਪੀ ਘੇਰਾ ਹੈਗਾ। ਮੈਂ ਨਹੀਂ ਸਮਝਦਾ ਕਿ ਪੰਜਾਬੀ ਦਾ ਵੀ ਘੇਰਾ ਕਿਤੇ ਘੱਟ ਹੈ, ਪਰ ਫਿਰ ਵੀ ਕਿਤੇ ਇੱਕ ਸੀਮਾ ਹੈ ਇਹਦੀ, ਜਿਹੜੀ ਹਿੰਦੀ ਵਾਲਿਆਂ ਦੀ ਜਾਂ ਉਰਦੂ ਵਾਲਿਆਂ ਦੀ ਸੀਮਾ ਜਿਹੜੀ ਆ ਉਹ ਬਹੁਤ ਵਸੀਹ ਹੈ। ਔਰ ਰਾਹਤ ਇੰਦੌਰੀ ਸਾਹਿਬ ਸੱਚਮੁੱਚ ਇੱਕ ਵੱਡੇ ਸ਼ਾਇਰ ਸੀ। ਪੰਜਾਬ ਨੇ ਵੀ ਬੜੇ ਵੱਡੇ ਸ਼ਾਇਰਾਂ ਨੂੰ ਜਨਮ ਦਿੱਤਾ। ਸਾਡੇ ਕੋਲ ਸਰਜੀਤ ਪਾਤਰ ਸਾਹਿਬ ਨੇ, ਸਾਡੇ ਕੋਲ ਡਾਕਟਰ ਜਗਤਾਰ ਹੈ, ਪਾਸ਼ ਹੈ, ਵੱਡੇ ਸ਼ਾਇਰ ਨੇ। ਨਵੇਂ ਸ਼ਾਇਰਾਂ ਦੇ ਵਿੱਚ ਵੀ ਜਿਹੜੇ ਅਗਾਂਹਵਧੂ ਸ਼ਾਇਰ ਨੇ ਜਿਹੜੇ ਪੰਜਾਬ ਦੇ ਮੈਂ ਸਮਕਾਲੀ ਸਾਹਿਤ ਦੀ ਗੱਲ ਕਰ ਰਿਹਾ, ਪਾਸ਼ਰਾਂ ਦਾ ਜ਼ਮਾਨਾ ਗਿਆ, ਅੱਜ ਦੇ ਸਮੇਂ ਦੀ ਗੱਲ ਕਰ ਰਿਹਾ। ਉਹਨਾਂ ਨੇ ਬਹੁਤ ਵਧੀਆ ਕੀਤਾ, ਜਗਤਾਰ ਨਾਲ ਬਹੁਤ ਵਧੀਆ ਕੀਤਾ। ਅੱਜ ਵਾਲਿਆਂ ਚੋਂ ਤੁਸੀਂ ਜ਼ਿਕਰ ਕੀਤਾ ਆਪਣੇ ਸਰਜੀਤ ਪਾਤਰ ਅੰਦਰਾਂ ਦਾ, ਦੂਜੀ ਉਹ ਕਵਿਤਰੀ ਹੈ ਬੜੀ ਅੱਛੀ, ਅੰਮ੍ਰਿਤ ਸੁਖਵਿੰਦਰ ਅੰਮ੍ਰਿਤ, ਜਿਹੜੀ ਪ੍ਰਭਾਵ ਛੱਡਦੀ ਆ। ਬਹੁਤ ਸਾਰੇ ਹੋਰ ਕਵੀ ਵੀ ਹੋਣਗੇ। ਮੈਂ ਤਾਂ ਹੀ ਤੁਹਾਨੂੰ ਸਵਾਲ ਕੀਤਾ ਹੈ ਕਿ ਤੁਹਾਨੂੰ ਕਿੱਦਾਂ ਲੱਗਦਾ ਹੈ ਕਿ ਇਸ ਸੰਦਰਭ 'ਚ ਆਪਾਂ ਕਿੱਥੇ ਖੜੇ ਹਾਂ? ਦੇਖੋ, ਜਿਹੜੇ ਨਾ ਸਾਡੇ ਵੀ ਬਹੁਤ ਅੱਛੇ ਸ਼ਾਇਰ ਲਿਖਣੇ ਨੇ, ਜਿਸ ਤਰ੍ਹਾਂ ਸਾਡੇ ਕੋਲ ਐਸਨ ਨਸੀਮ ਹੋਣੀ ਨੇ, ਉਹ ਕਹਿੰਦੇ ਕਿ ਭਟਕਣ ਉਸਦਾ ਸ਼ੌਕ ਨਹੀਂ ਮਜਬੂਰੀ ਹੈ। ਭਟਕਣ ਉਸਦਾ ਸ਼ੌਕ ਨਹੀਂ ਮਜਬੂਰੀ ਹੈ, ਸ਼ਾਇਦ ਉਸਦੀ ਨਾਭੀ ਵਿੱਚ ਕਸਤੂਰੀ ਹੈ। ਤੇ ਮੁਰਦਾ ਏ ਤਾਂ ਸੀਸ ਨਵਾ ਕੇ ਤੁਰਿਆ ਚੱਲ, ਮੁਰਦਾ ਏ ਤਾਂ ਸੀਸ ਨਵਾ ਕੇ ਤੁਰਿਆ ਚੱਲ, ਜ਼ਿੰਦਾ ਏ ਤਾਂ ਜ਼ਿੰਦਾਬਾਦ ਜ਼ਰੂਰੀ ਹੈ। ਕਿਆ ਬਾਤ। ਹੁਣ ਇਹ ਜਿਹੜਾ ਸ਼ੇਰ ਹੈ ਕਿਸੇ ਵੀ ਉਰਦੂ ਦੇ ਸ਼ਾਇਰ ਨਾਲੋਂ ਘੱਟ ਨਹੀਂ, ਉਹਦੇ ਮਕਬੂਲ ਸ਼ਾਇਰੀ ਨਾਲੋਂ ਘੱਟ ਨਹੀਂ ਹੈਗਾ।
ਹੈ ਨਾ। ਇਹ ਸਾਡੀ ਸੀਮਾ ਹੈ ਕਿ ਅਸੀਂ ਪੰਜਾਬ ਤੱਕ ਸੀਮਤ ਹੋ ਕੇ ਰਹਿ ਜਾਂਦੇ ਆ। ਸਾਡੇ ਸ਼ਾਇਰਾਂ ਨੇ ਵੀ ਬਹੁਤ ਅੱਛੀ ਸ਼ਾਇਰੀ ਨਹੀਂ ਕੀਤੀ ਹੈ। ਦੇਵ ਜੀ ਜੇ ਪਾਕਿਸਤਾਨ ਵਾਲੇ ਪਾਸੇ ਦੀ ਸ਼ਾਇਰੀ ਦੇਖੀਏ ਨਾ, ਉਹ ਹਲਕੇ ਫੁਲਕੇ ਅੰਦਾਜ਼ 'ਚ ਪੰਜਾਬੀ 'ਚ ਬੜੀ ਡੂੰਘੀ ਗੱਲ ਕਹਿ ਜਾਂਦੇ ਨੇ। ਹਾਲਾਂਕਿ ਸਾਡੇ ਸਿਸਟਮ ਨਾਲੋਂ ਬੜਾ ਫਰਕ ਹੈ ਉੱਥੇ। ਉਹ ਇੱਕ ਕਿਸਮ ਦੀ ਮਤਲਬ ਆਣਾਲਾਨੀ ਡਿਕਟੇਟਰਸ਼ਿਪ ਹੈ ਪਾਕਿਸਤਾਨ 'ਚ। ਆਪਾਂ ਜਾਣਦੇ ਹਾਂ ਕਿ ਉਹ ਫੌਜੀ ਰਾਜ ਹੀ ਇੱਕ ਕਿਸਮ ਦਾ ਡੈਮੋਕ੍ਰੇਸੀ ਦੇ ਨਾਂ ਤੇ ਚੱਲਦਾ ਹੈ, ਜਿਹਦਾ ਤਜਰਬਾ ਹੁਣ ਅਸੀਂ ਵੀ ਹੰਢਾ ਰਹੇ ਹਾਂ ਵੈਸੇ ਕਿਤੇ ਨਾ ਕਿਤੇ। ਪਰ ਭਾਰਤ ਵਿੱਚ ਅਜੇ ਗੱਲ ਕਰਨ ਦੀ ਉਹ ਖੁੱਲ੍ਹ ਹੈ। ਹਾਲਾਂਕਿ ਉੱਥੇ ਤਅਸਰ ਇਹ ਹੈ, ਜਦੋਂ ਤੁਸੀਂ ਪਾਕਿਸਤਾਨ ਜਾਂਦੇ ਹੋ ਤੇ ਉੱਥੇ ਇਹ ਪ੍ਰਭਾਵ ਮਿਲਦਾ ਹੈ ਕਿ ਭਾਰਤ ਵਿੱਚ ਅਗਰ ਆਹ ਗੱਲ ਕਹਿਤੀ ਜਾਵੇ ਤੇ ਤੁਸੀਂ ਸਲਾਖਾਂ ਪਿੱਛੇ ਚਲੇ ਜਾਓਗੇ। ਇਦਾਂ ਦਾ ਨਹੀਂ ਹੈ ਹਕੀਕਤ ਵਿੱਚ, ਭਾਵੇਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਪਾਕਿਸਤਾਨੀ ਸ਼ਾਇਰ ਪੰਜਾਬੀ 'ਚ ਜਿਹੜੇ ਗੁੱਝੀਆਂ ਗੱਲਾਂ ਕਰ ਜਾਂਦੇ ਨੇ ਔਰ ਬੜੇ ਮੂੰਹ ਫੱਟ ਅੰਦਾਜ਼ 'ਚੋਂ ਗੱਲ ਕਰ ਜਾਂਦੇ ਨੇ, ਉਹ ਜਜ਼ਬਾ ਸਾਡੇ ਸ਼ਹਿਰਾਂ 'ਚ ਘੱਟ ਨਜ਼ਰ ਆਉਂਦਾ। ਮੈਂ ਇੱਥੇ ਨਾ ਮੈਂ ਤੁਸੀਂ ਮੇਰੀ ਫੇਸਬੁੱਕ ਦੇ ਉੱਤੇ ਦੇਖਿਓ ਕਿ ਮੈਨੂੰ ਬਹੁਤ ਸਾਰੇ ਮੇਰੇ ਦੋਸਤ ਕਮੈਂਟ ਕਰਦੇ ਆ ਕਿ ਭਾਜੀ ਤੁਹਾਨੂੰ ਗ੍ਰਿਫਤਾਰ ਕਰ ਲੈਣਾ ਜੇ ਸਰਕਾਰ ਨੇ, ਇਹਨਾਂ ਸਰਕਾਰ ਦੇ ਖਿਲਾਫ ਨਾ ਲਿਖੋ। ਮੈਂ ਹਿੰਮਤ ਕਰਦਾ ਲਿਖਣ ਦੀ, ਲੇਕਿਨ ਮੈਂ ਤੁਹਾਨੂੰ ਪਾਕਿਸਤਾਨ ਇਸ ਤਰ੍ਹਾਂ ਦੇ ਲੋਕ, ਇਸ ਤਰ੍ਹਾਂ ਦੇ ਆਪਣੇ ਦੇਵ ਜੀ, ਇਸ ਤਰ੍ਹਾਂ ਦੇ ਲੋਕ ਹਰ ਜਗ੍ਹਾ ਬੈਠੇ ਆ। ਇੱਥੇ ਸਾਨੂੰ ਵੀ ਕਹਿੰਦੇ ਆ ਤੂੰ ਇਹ ਗੱਲਾਂ ਕਰਦਾ, ਤੂੰ ਇੰਡੀਆ ਨਹੀਂ ਜਾਣਾ, ਏਅਰਪੋਰਟ ਤੋਂ ਅੱਗੇ ਨਹੀਂ ਲੰਘਣ ਦੇਣਾ। ਮਤਲਬ ਇਦਾਂ ਦੇ ਲੋਕਾਂ ਦੀ ਬਹੁਤੀ ਪਰਵਾਹ ਕਰਨ ਦੀ ਲੋੜ ਨਹੀਂ। ਨਿਸ਼ਠਾ ਨਾਲ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਆ। ਤੁਹਾਨੂੰ ਬॉयਸ ਨਹੀਂ ਹੋਣਾ ਚਾਹੀਦਾ ਕਿਸੇ ਦੇ ਇੱਕ ਵਿਅਕਤੀ ਦੇ ਖਿਲਾਫ। ਸਿਸਟਮ ਦੇ ਖਿਲਾਫ ਲੜਨਾ ਤੇ ਕੰਮ ਹੈ, ਜਰਨਲਿਸਟ ਦਾ ਵੀ ਕੰਮ ਹੈ, ਤੁਹਾਡਾ ਸ਼ਾਇਰਾਂ ਦਾ ਵੀ ਕੰਮ ਹੈ, ਅਧਿਆਪਕਾਂ ਦਾ ਵੀ ਕੰਮ ਹੈ ਕਿ ਆਪਣੇ ਸ਼ਾਗਿਰਦਾਂ ਨੂੰ ਉਹ ਸਿੱਖਿਆ ਦੇਣ ਕਿ ਅੱਗੇ ਜਾ ਕੇ ਜੀਵਨ 'ਚ ਉਹ ਸੰਘਰਸ਼ ਕਰਨ ਦੇ ਕਾਬਿਲ ਬਣ ਜਾਣ। ਹਰਜੀਤ ਗਿੱਲ ਸਾਹਿਬ, ਮੇਰੇ ਨਾ ਬਾਬਾ ਉਸਤਾਦ ਪਾਕਿਸਤਾਨ ਦੇ ਵਿੱਚ ਜਨਾਬ ਅੱਲਾ ਦਿੱਤਾ ਸਾਬਰ ਸੀਗੇ, ਤੇ ਉਹਨਾਂ ਨੇ ਉਸ ਵੇਲੇ ਲਿਖਿਆ, ਮੈਂ 4 ਲਾਈਨਾਂ ਉਹਨਾਂ ਦੀਆਂ ਸੁਣਾਉਣਾ। ਉਹ ਕਹਿੰਦੇ ਵੀ ਕੱਟਾ ਵੱਢੀ ਜ਼ਮਾਨੇ ਤੇ ਸ਼ੁਰੂ ਹੋ ਗਈ, ਅੱਜ ਇਨਸਾਨ ਨੂੰ ਪਿਆ ਇਨਸਾਨ ਕੱਟਦਾ, ਮੈਨੂੰ ਕਾਤਲ ਵੀ ਮਿਲਿਆ ਤੇ 100 ਲਾਈਨਾਂ, ਜ਼ਾਲਿਮ ਗਲਾ ਨਹੀਂ ਕੱਟਦਾ ਜ਼ੁਬਾਨ ਕੱਟਦਾ। ਕਿਆ ਬਾਤ। ਔਰ ਹਰ ਦੌਰ ਦੇ ਵਿੱਚ ਇਹ ਜਿਹੜੇ ਵੀ ਹੁਕਮਰਾਨ ਹੋਏ ਨੇ, ਇਹ ਸ਼ਾਇਰਾਂ ਦੀ ਜ਼ੁਬਾਨ ਕੱਟਣ ਦੀਆਂ ਗੱਲਾਂ ਕਰਦੇ ਰਹੇ ਨੇ ਕਿ ਜ਼ੁਬਾਨ ਨਾ ਖੋਲਣ, ਸਾਡੇ ਮੂੰਹ ਤੇ ਜਿੰਦਰੇ ਲਗਾਉਣ ਦੀ ਗੱਲ ਕਰਦੇ ਰਹੇ ਨੇ। ਪਰ ਇਹ ਜਿਹੜਾ ਮੈਨੂੰ ਵੀ ਇੰਨੀ ਪ੍ਰੇਰਨਾ ਮਿਲੀ ਹੈ, ਇਹ ਕਿਸਾਨ ਅੰਦੋਲਨ ਕਰਕੇ ਮਿਲੀ ਹੈ ਕਿ ਲੋਕਾਂ ਦੇ ਵਿੱਚ ਇੰਨੀ ਜਾਗਰਤੀ ਹੈ, ਪੰਜਾਬੀ ਜਾਗੇ ਨੇ ਔਰ ਇਹਨਾਂ ਨੂੰ ਹੋਰ ਜਾਗਰਤ ਹੋਣ ਦੀ ਲੋੜ ਹੈ। ਇਹਨਾਂ ਦਿਨਾਂ 'ਚ ਤੁਸੀਂ ਦੇਖਿਆ ਹੋਵੇਗਾ ਕਿ ਮੇਰੀ ਸ਼ਾਇਰੀ ਦੀ ਥੋੜੀ ਜਿਹੀ ਨੁਹਾਰ ਜਿਹੜੀ ਹੈ ਉਹ ਬਦਲੀ ਹੈ ਔਰ ਲੋਕ ਪੱਖੀ ਹੋਈ ਹੈ। ਮੈਨੂੰ ਇਸ ਗੱਲ ਤੇ ਆਪਣੇ ਆਪ ਤੇ ਮਾਣ ਹੈ। ਆਉਣ ਵਾਲੇ ਸਮੇਂ 'ਚ ਮੈਂ ਹੋਰ ਖੁੱਲ੍ਹ ਕੇ ਲਿਖਾਂਗਾ, ਸਰਕਾਰਾਂ ਦੇ ਖਿਲਾਫ ਲਿਖਾਂਗਾ। ਬਹੁਤ ਸਾਰੀਆਂ ਗੱਲਾਂ ਅਜੇ ਮੈਂ ਖੁੱਲ੍ਹ ਕੇ ਸਰਕਾਰ ਦੇ ਖਿਲਾਫ ਨਹੀਂ ਪਾਉਂਦਾ ਕਿ ਮੈਂ ਵੀ ਡਰਦਾ, ਜਿਹੜੀ ਗੱਲ ਦਾ ਤੁਸੀਂ ਸ਼ੰਕਾ ਪ੍ਰਗਟ ਕੀਤਾ ਕਿ ਪਾਕਿਸਤਾਨੀ ਸ਼ਾਇਰ ਬੇਬਾਕ ਹੋ ਕੇ ਆਪਣੀਆਂ ਸਰਕਾਰਾਂ ਦੇ ਖਿਲਾਫ ਬੋਲਦੇ ਨੇ। ਸਾਡੇ 'ਚ ਅਜੇ ਇੰਨੀ ਜ਼ਰੂਰਤ ਨਹੀਂ ਹੈ ਕਿ ਅਸੀਂ ਸਰਕਾਰਾਂ ਦੇ ਖਿਲਾਫ ਉਸ ਸ਼ਿੱਦਤ ਤੱਕ ਆਵਾਜ਼ ਬੁਲੰਦ ਕਰ ਸਕੀਏ। ਦੇਵ ਜੀ, ਮੈਂ ਕਵਿਤਾ ਤੁਹਾਡੀ ਸੁਣਨੀ ਹੈ, ਸਮਾਂ ਕਾਫੀ ਹੋ ਗਿਆ, ਤੇ ਉਸ ਤੋਂ ਬਾਅਦ ਆਪਣੀ ਇਹ ਕਵਿਤਾ ਵਾਲਾ ਵੀ ਜਿਹੜਾ ਤੁਹਾਡਾ ਸ਼ਾਇਰੀ ਵਾਲਾ ਅੰਦਾਜ਼ ਹੈ ਜਾਂ ਜਿਹੜੀਆਂ ਸ਼ਾਇਰੀ ਦੀਆਂ ਤੁਹਾਡੀਆਂ ਉਪਲਬਧੀਆਂ ਨੇ ਜੋ ਤੁਸੀਂ ਕਰ ਰਹੇ ਹੋ, ਉਹਦੇ ਤੇ ਆਪਾਂ ਹੋਰ ਵੀ ਸੈਗਮੈਂਟ ਕਰਾਂਗੇ ਅੱਗੇ ਚੱਲ ਕੇ। ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਪੁੱਛਣੀ ਹੈ ਇੱਥੇ, ਜਿਹੜੀ ਬੜੀ ਚਰਚਾ 'ਚ ਰਹਿੰਦੀ ਹੈ ਜਦੋਂ ਕਿਸੇ ਕਵੀ ਨਾਲ ਗੱਲ ਕਰਦੇ ਹਾਂ। ਜਿਵੇਂ ਮੈਂ ਤੁਹਾਨੂੰ ਪੁੱਛਿਆ ਸੀ ਸ਼ੁਰੂ 'ਚ ਕਿ ਸਟੇਜੀ ਕਵਿਤਾ ਤੇ ਕਿਤਾਬੀ ਕਵਿਤਾ ਦਾ ਕੀ ਫਰਕ ਹੈ। ਇੱਕ ਬੜਾ ਕੰਟਰਾਵਰਸ਼ਲ ਮੁੱਦਾ ਰਿਹਾ ਆ ਖੁੱਲੀ ਕਵਿਤਾ ਤੇ ਜਿਹੜੀ ਬੰਦ ਵਿੱਚ ਬੱਝੀ ਕਵਿਤਾ ਹੈ। ਇਹਨਾਂ ਚੋਂ ਤੁਸੀਂ ਕਿਹਨੂੰ ਤਰਜੀਹ ਦਿੰਦੇ ਹੋ ਤੇ ਕਿਹੜੀ ਜ਼ਿਆਦਾ ਇਫੈਕਟਿਵ ਜਾਂ ਜਿਹੜੀ ਲੋਕਾਂ ਦੇ ਪ੍ਰਭਾਵ ਪਾਉਂਦੀ ਤੁਹਾਨੂੰ ਲੱਗਦੀ ਆ? ਇਹਦੇ ਬਾਰੇ ਆਪਣੇ ਵਿਚਾਰ ਦੇ ਦਿਓ। ਤੇ ਇੱਕ ਸਵਾਲ ਮੈਂ ਹੋਰ ਤੁਹਾਨੂੰ ਪੁੱਛਣਾ ਆ। ਇੱਕ ਹੋਰ ਪੱਖ ਦਾ ਮੁੱਦਾ ਰਿਹਾ ਹਮੇਸ਼ਾ, ਜਿਸ ਤੋਂ ਆਪਾਂ ਗੱਲਾਂ ਤੋਂ ਪਤਾ ਲੱਗ ਹੀ ਗਿਆ ਹੋਏਗਾ ਸਾਡੇ ਦਰਸ਼ਕਾਂ ਨੂੰ, ਕੁਝ ਲੋਕ ਜਿਹੜੇ ਬਹੁਤ ਮਹੀਨ ਬੁੱਧੀ ਵਾਲੇ ਆ, ਉਹ ਕਹਿੰਦੇ ਆ ਕਿ ਜੋ ਅਸੀਂ ਲਿਖਦੇ ਆ, ਜੋ ਅਸੀਂ ਕਹਿੰਦੇ ਆ, ਜੇ ਲੋਕਾਂ ਨੂੰ ਨਹੀਂ ਸਮਝ ਪੈਂਦਾ ਨਾ ਪਵੇ। ਕਲਾ ਵਾਸਤੇ ਹੁੰਦੀ ਆ, ਆਮ ਲੋਕਾਂ ਵਾਸਤੇ ਨਹੀਂ ਹੁੰਦੀ। ਤੇ ਕੁਝ ਲੋਕ ਤੁਹਾਡੇ ਵਰਗੇ, ਪਾਸ਼ ਵਰਗੇ, ਉਹ ਕਹਿੰਦੇ ਨੇ ਕਿ ਮੈਂ ਇਸ ਮਿੱਟੀ ਦਾ ਜਾਇਆ ਆ, ਮੈਂ ਖੂਬ ਜਾਣਦਾ ਖੇਤਾਂ ਦੇ ਖਲਿਆਣਾ ਵਾਲੇ ਭਾਰਤ ਨੂੰ, ਤੇ ਜੇ ਤੁਹਾਡੀਆਂ ਅੱਖਾਂ 'ਚ ਕੋਈ ਹੋਰ ਭਾਰਤ ਹੈ ਤੇ ਮੈਂ ਉਤੋਂ ਮੇਰਾ ਨਾਂ ਹੀ ਬੇਦਖਲ ਕਰ ਦਿਓ। ਤੇ ਤੁਸੀਂ ਇਹ ਦੋ ਚੀਜ਼ਾਂ ਦਾ ਮੈਨੂੰ ਜਵਾਬ ਦੇ ਦਿਓ, ਤੇ ਉਸ ਤੋਂ ਬਾਅਦ ਇੱਕ ਕਵਿਤਾ ਤੁਹਾਡੇ ਕੋਲ ਸੁਣਨੀ ਹੈ, ਤੇ ਫਿਰ ਆਪਾਂ ਅੱਜ ਵਾਲੀ ਸੈਗਮੈਂਟ ਜਿਹੜੀ ਹੈ ਖਤਮ ਕਰਾਂਗੇ। ਤੇ ਜੇਕਰ ਮੈਂ ਇਹ ਜਵਾਬ ਹੀ ਕਵਿਤਾ ਵਿੱਚ ਦੇ ਦਿਆਂ, ਮੈਨੂੰ ਲੱਗਦਾ ਹੈਗਾ ਕਿ ਇਹ ਹਰ ਸ਼ਾਇਰ ਦੀ ਇੱਕ ਆਪਣੀ ਸਮਰੱਥਾ ਹੁੰਦੀ ਹੈ।
ਕੁਝ ਜਿਹੜੇ ਹੈ ਉਹ ਲੈਬੱਧ ਕਵਿਤਾ ਲਿਖਦੇ ਨੇ। ਉਹਨਾਂ ਦੀ ਕਵਿਤਾ ਵਿੱਚ ਇੱਕ ਰਵਾਨਗੀ ਵੀ ਹੁੰਦੀ ਹੈ, ਇੱਕ ਜਿਹੜੇ ਤੁਕਾਂਤ ਵੀ ਮਿਲਣ ਦੀ ਉਹਨਾਂ ਨੂੰ ਵਿਧਾ ਆ ਜਾਂਦੀ ਹੈ। ਬੰਦਸ਼ ਕਵਿਤਾ ਲਿਖਣੀ, ਹਾਂ, ਬੰਦਸ਼ ਵਿੱਚ ਕਵਿਤਾ ਲਿਖਦੇ ਨੇ। ਕੁਝ ਬੰਦੇ ਜਿਹੜੇ ਨੇ ਉਹ ਆਪਣੀ ਸੀਮਾ ਨਿਰਧਾਰਿਤ ਕਰ ਲੈਂਦੇ ਨੇ, ਖੁੱਲੀ ਕਵਿਤਾ, ਤੇ ਉਹ ਯਤਨ ਕਰਨ ਤੇ ਉਹ ਵੀ ਇਸ ਤਰ੍ਹਾਂ ਦੀ ਕਵਿਤਾ ਬਹੁਤ ਅੱਛੀ ਲਿਖ ਸਕਦੇ ਨੇ। ਲੇਕਿਨ ਅਸੀਂ ਕਿਉਂਕਿ ਆਪਣੀਆਂ ਸੀਮਾ ਤੋਂ ਬਾਹਰ ਨਹੀਂ ਜਾਂਦੇ, ਜਿਸ ਤਰ੍ਹਾਂ ਮੈਂ ਜ਼ਿਆਦਾ ਖੁੱਲੀ ਕਵਿਤਾ ਨਹੀਂ ਲਿਖ ਸਕਦਾ, ਮੇਰੀ ਆਪਣੀ ਸੀਮਾ ਹੈ। ਮੈਂ ਜਦੋਂ ਵੀ ਲਿਖਾਂਗਾ ਉਹ ਇੱਕ ਤੁਕਾਂਤ ਵਾਲੀ ਕਵਿਤਾ ਮੈਨੂੰ ਲਿਖਣੀ ਪਏਗੀ। ਮੈਂ ਇੱਕ ਕਵਿਤਾ ਤੁਹਾਨੂੰ ਸੁਣਾਉਣਾ ਹੈ, ਵੰਡਾਂ ਦੇ ਉੱਤੇ ਕਵਿਤਾ ਹੈ ਕਿ ਵੰਡਾਂ 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 ਵੰਡਾਂ, ਕਿਹੜੇ ਦੇਸੋਂ ਆਈਆਂ ਵੰਡਾਂ, ਬਦ ਰੂਹ ਦੀਆਂ ਜਾਈਆਂ ਵੰਡਾਂ, ਵੰਡਾਂ 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 ਵੰਡਾਂ। ਇਹ ਮਾਨਵ ਨੂੰ ਵੰਡਣ ਆਈਆਂ, ਮਾਨਵਤਾ ਨੂੰ ਭੰਡਣ ਆਈਆਂ, ਆਦਮ ਰੱਤ ਦੀਆਂ ਇਹ ਤਰਹਾਈਆਂ, ਵੰਡਾਂ ਕਿਹੜੇ ਦੇਸੋਂ ਆਈਆਂ। ਤੇ ਵੰਡਾਂ ਨੇ ਸਰਕਾਰਾਂ ਵੰਡੀਆਂ, ਧਰਤੀ ਦੀਆਂ ਨੁਹਾਰਾਂ ਵੰਡੀਆਂ, ਸਹਿਰਾ ਵੰਡੇ, ਬਾਰਾਂ ਵੰਡੀਆਂ, ਮੜੀਆਂ ਅਤੇ ਮਜ਼ਾਰਾਂ ਵੰਡੀਆਂ। ਵੰਡਾਂ ਨੇ ਰੌ ਰੀਤਾਂ ਵੰਡੀਆਂ, ਸਾਂਝਾਂ ਅਤੇ ਪ੍ਰੀਤਾਂ ਵੰਡੀਆਂ, ਬਦ ਨੀਤਾਂ ਨੇ ਨੀਤਾਂ ਵੰਡੀਆਂ, ਜ਼ੇਬੁਲ ਨਿਸ਼ਾ ਤੇ ਜੀਤਾਂ ਵੰਡੀਆਂ। ਫਨ ਵੰਡੇ, ਫਨਕਾਰ ਵੀ ਵੰਡੇ, ਧਰਤੀ ਦੇ ਅਵਤਾਰ ਵੀ ਵੰਡੇ, ਮੇਲੇ ਅਤੇ ਤਿਉਹਾਰ ਵੀ ਵੰਡੇ, ਵੰਡਾਂ ਜਿਗਰੀ ਯਾਰ ਵੀ ਵੰਡੇ। ਤੇ ਬੋਲੀ ਵੰਡੀ, ਬੋਲ ਵੀ ਵੰਡੇ, ਬੋਲੀ ਵੰਡੀ, ਬੋਲ ਵੀ ਵੰਡੇ, ਭਾਸ਼ਾ ਦੇ ਸਮਤੋਲ ਵੀ ਵੰਡੇ, ਤਖਸ਼ਿਲਾ ਸੰਗੋਲ ਵੀ ਵੰਡੇ, ਸਿੱਧ ਪੱਧਰੇ ਅਣਪੋਲ ਵੀ ਵੰਡੇ। ਪਰਬਤ ਵੰਡੇ, ਪਾਣੀ ਵੱਡੇ, ਹਰ ਇੱਕ ਖੇਡ ਦੇ ਹਾਣੀ ਵੰਡੇ, ਲੱਖਾਂ ਮੂੰਹ ਪ੍ਰਾਣੀ ਵੰਡੇ, ਕਰ ਕਰ ਖੂਨ ਦੀ ਕਹਾਣੀ ਵੰਡੇ। ਤੇ ਵੰਡਾਂ ਨੇ ਰਹਿਬਰ ਵੰਡ ਦਿੱਤੇ, ਹੱਸਦੇ ਵੱਸਦੇ ਘਰ ਵੰਡ ਦਿੱਤੇ, ਪੀਰ ਫਕੀਰ ਵਲੀ ਪੈਗੰਬਰ ਮੁਰਸ਼ਦ ਦਾਨਿਸ਼ਵਰ ਵੰਡ ਦਿੱਤੇ। ਤੇ ਨਾਲ ਧੜਕਣਾ ਛਾਤੀ ਵੰਡੀ, ਚੁੱਲ੍ਹੇ ਨਾਲ ਚਵਾਤੀ ਵੰਡੀ, ਹਰ ਇੱਕ ਨਸਲ ਤੇ ਜਾਤੀ ਵੰਡੀ, ਵੰਡਾਂ ਕੁੱਲ ਹਯਾਤੀ ਵੰਡੀ। ਤੇ ਵੰਡਾਂ ਅੱਗੇ ਸਭ ਨਿਰਬਲ ਨੇ, ਵੰਡਾਂ ਖੁਸ਼ੀਆਂ ਦਾ ਮਕਤਲ ਨੇ, ਵੰਡਾਂ ਸਭ ਤੋਂ ਵੱਡਾ ਸੱਲ ਨੇ, ਵੰਡਾਂ ਕਿਸ ਮਸਲੇ ਦਾ ਹੱਲ ਨੇ। ਤੇ ਬੰਦੇ ਨੇ ਹੁਣ ਵੰਡਣਾ ਕੀ ਏ, ਹੰਡ ਚੁੱਕੇ ਨੇ ਹੰਡਣਾ ਕੀ ਏ, ਘਰ ਚੁੱਕੇ ਨੂੰ ਛੰਡਣਾ ਕੀ ਏ, ਭੰਡੇ ਗਏ ਨੂੰ ਭੰਡਣਾ ਕੀ ਏ। ਤੇ ਵੰਡਣਾ ਏ ਤਾਂ ਦੁੱਖ ਸੁੱਖ ਵੰਡੀਏ, ਆਦਮ ਦੇ ਢਿੱਡ ਦੀ ਭੁੱਖ ਵੰਡੀਏ। ਜਿਸ ਮਿੱਟੀ ਨੂੰ ਮਾਂ ਕਹਿੰਦੇ ਆ, ਨਾ ਉਸ ਅੰਮੜੀ ਦੀ ਕੁੱਖ ਵੰਡੀਏ, ਨਾ ਉਸ ਅੰਮੜੀ ਦੀ ਕੁੱਖ ਵੰਡੀਏ, ਨਾ ਉਸ ਅੰਮੜੀ ਦੀ ਕੁੱਖ ਵੰਡੀਏ। ਦੇਵ ਜੀ, ਇਸ ਕਵਿਤਾ ਤੋਂ ਬਾਅਦ ਮੈਨੂੰ ਲੱਗਦਾ ਮੇਰੇ ਸਵਾਲ ਮੁੱਕ ਗਏ। ਮੈਂ ਤੁਹਾਨੂੰ ਅਗਲਾ ਸਵਾਲ ਨਾ ਹੀ ਕਰਾਂ ਤੇ ਬਿਹਤਰ ਹੈ, ਕਿਉਂਕਿ ਹਰ ਚੀਜ਼ ਦੀ ਇੱਕ ਸਿਖਰ ਹੁੰਦੀ ਆ ਤੇ ਅਸੀਂ ਸਿਖਰ ਤੇ ਪਹੁੰਚ ਗਏ। ਸ਼ਾਇਦ ਗੱਲ ਕਰਦੇ ਕਰਦੇ ਅਗਲੀਆਂ ਸੈਗਮੈਂਟ ਦੇ ਵਿੱਚ ਆਪਾਂ ਹੋਰ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ। ਬਸ ਮੈਨੂੰ ਇਹ ਵੀ ਜਵਾਬ ਮਿਲ ਗਿਆ ਕਿ ਕਲਾ ਵਾਸਤੇ ਹੁੰਦੀ ਆ ਜਾਂ ਕਲਾ ਲੋਕਾਂ ਵਾਸਤੇ ਹੁੰਦੀ ਆ, ਤੇ ਇਹ ਵੀ ਜਵਾਬ ਮਿਲ ਗਿਆ ਕਿ ਜਿਹੜੀ ਬੰਦਸ਼ ਵਾਲੀ ਕਵਿਤਾ ਆ ਉਹ ਕਿੰਨਾ ਕੰਪੈਕਟ ਪਾਉਂਦੀ ਆ ਤੇ ਦੂਜੀ ਕਵਿਤਾ ਜਿਹੜੀ ਆ ਉਹ ਕਿੰਨਾ ਕੰਪੈਕਟ ਪਾਉਂਦੀ ਆ। ਸੋ ਇਹ ਸਾਰੇ ਜਵਾਬ ਤੁਹਾਡੇ, ਮੈਨੂੰ ਲੱਗਦਾ ਇਸ ਆਖਰੀ ਜਿਹੜੀ ਤੁਸੀਂ ਸਿਖਰ ਵਾਲੀ ਕਵਿਤਾ ਮੈਨੂੰ ਸੁਣਾਈ ਆ, ਇਹਨੂੰ ਆਪਾਂ ਕੰਟੀਨਿਊ ਰੱਖਾਂਗੇ। ਤੇ ਅੱਜ ਦੇ ਦਿਨ ਲਈ ਮੇਰੇ ਖਿਆਲ ਇੰਨਾ ਜ਼ਿਆਦਾ ਕਾਫੀ ਆ। ਮੈਂ ਤੁਹਾਡਾ ਸ਼ੁਕਰੀਆ ਅਦਾ ਕਰ ਸਕਦਾ ਕਿ ਨਾਲ ਦੀ ਨਾਲ ਇਸ ਗੱਲ ਤੇ ਮਾਣ ਕਰ ਸਕਦਾ ਹਾਂ ਕਿ ਤੁਸੀਂ ਜਿੱਥੇ ਪੰਜਾਬੀ ਦੇ ਵੱਡੇ ਸ਼ਾਇਰ ਹੋ, ਉੱਥੇ ਸਾਡੇ ਬਹੁਤ ਪਰਮ ਮਿੱਤਰ ਹੋ। ਤੇ ਸਾਨੂੰ ਇਸ ਗੱਲ ਦਾ ਹਮੇਸ਼ਾ ਮਾਣ ਹੈ ਕਿ ਸਾਡਾ ਵੀਰ ਇੰਨਾ ਵਧੀਆ ਲਿਖਦੇ ਨੇ, ਇੰਨਾ ਉੱਚ ਪਾਏ ਦਾ ਸ਼ਾਇਰ ਵੀ ਆ, ਇੱਕ ਉੱਚ ਪਾਏ ਦਾ ਇਨਸਾਨ ਵੀ ਆ, ਔਰ ਇੱਕ ਵਧੀਆ ਅਧਿਆਪਕ ਹੈ। ਮਤਲਬ ਇੱਕ ਇਹੋ ਜਿਹੀ ਸ਼ਖਸੀਅਤ ਹੈ ਜਿਹਦੇ ਨਾਲ ਜੁੜ ਕੇ ਸਾਨੂੰ ਮਾਣ ਮਹਿਸੂਸ ਹੁੰਦਾ। ਤੁਹਾਡਾ ਬਹੁਤ ਬਹੁਤ ਧੰਨਵਾਦ ਦੇਵ ਜੀ ਅੱਜ ਦੇ ਲਈ। ਬੇਹੱਦ ਸ਼ੁਕਰੀਆ ਜੀ। ਔਰ ਇੱਕ ਵਾਰ ਫੇਰ ਮੇਰੇ ਵੱਲੋਂ ਟੀਵੀ ਪੰਜਾਬੀ ਦੁਨੀਆ ਨਾਲ ਜੁੜੇ ਸਾਰੇ ਦਰਸ਼ਕਾਂ ਦਾ, ਸਾਰੇ ਸਰੋਤਿਆਂ ਦਾ, ਉਹਨਾਂ ਨੂੰ ਧੰਨਵਾਦ ਕਰਦਾ ਹੋਇਆ ਮੈਂ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਣਾ। ਇੱਕ ਵਾਰ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਬਹੁਤ ਸ਼ੁਕਰੀਆ ਜੀ, ਧੰਨਵਾਦ।
ਸ਼ੁਕਰੀਆ ਜੀ।